ਸ੍ਰੀ ਅਕਾਲ। ਗੁਰੂ ਰੂਪ ਗੁਰੂ ਸਾਰੇ ਖਾਲਸਾ ਜੀ ਹੋ। ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ੀ ਹੋਈ ਮੁਕੱਦਸ ਫਤਿਹ ਬੁਲੰਦ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੱਖਣ ਦੀ ਯਾਤਰਾ ਤੇ ਹਨ ਅਤੇ ਉਹ ਰਾਜਪੂਤਾਨੇ ਦੇ ਦੇਸ਼ ਵਿੱਚੋਂ ਦੀ ਆਪਣੀ ਯਾਤਰਾ ਕਰਦੇ ਹੋਏ ਅੱਗੇ ਵਧ ਰਹੇ ਹਨ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਸ ਰਾਜ ਦੇ ਲੋਕਾਂ ਨੂੰ ਮੁਗਲਾਂ ਦੇ ਜ਼ੁਲਮਾਂ ਤੋਂ ਜਾਣੂ ਕਰਵਾ ਰਹੇ ਸਨ ਅਤੇ ਧਰਮ ਦੀ ਹੋ ਰਹੀ ਹਾਨੀ ਤੋਂ ਵੀ ਜਾਗਰੂਕ ਕਰ ਰਹੇ ਸਨ। ਇੱਥੋਂ ਤੱਕ ਕਿ ਪਿੱਛੇ ਜਿਹੜੀ ਆਪਾਂ ਇੱਕ ਯਾਤਰਾ ਕੀਤੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਨਰਾਇਣੇ ਵਿਖੇ ਦਾਦੂ ਦਿਆਲ ਜੀ ਦੇ ਡੇਰੇ ਦੀ, ਇਹਨਾਂ ਦਾ ਗੁਰੂ ਸਾਹਿਬ ਜੀ ਦੇ ਉੱਪਰ ਇੰਨਾ ਸੰਗਤ ਦਾ ਅਸਰ ਹੋਇਆ। ਬਾਅਦ ਵਿੱਚ ਇਹਨਾਂ ਨੇ ਵੀ ਇੱਕ ਨਾਗਾ ਸੈਨਾ ਬਣਾਇਆ। ਇਹ ਪਹਿਲਾਂ ਤਾਂ ਇਹਨਾਂ ਨੇ ਇੱਕ ਹਥਿਆਰ ਰੱਖਿਆ ਔਰ ਆਪਣੇ ਸਰੀਰ ਉੱਤੇ ਇੱਕ ਧੋਤੀ ਲਪੇਟ ਕੇ ਰੱਖਦੇ ਸਨ। ਬਾਅਦ ਵਿੱਚ ਹੌਲੀ ਹੌਲੀ ਜਿਵੇਂ ਜਿਵੇਂ ਸਮੇਂ ਦੀ ਮੰਗ ਹੋਈ ਤਾਂ ਇਹਨਾਂ ਨੇ 5 ਸ਼ਸਤਰ ਧਾਰਨ ਕਰ ਲਏ ਔਰ ਇਹ ਮੁਗਲਾਂ ਦੇ ਖਿਲਾਫ ਡਟੇ। ਬਾਅਦ ਵਿੱਚ ਹੌਲੀ ਹੌਲੀ ਇਹ ਪੰਥ ਜਿਹੜਾ ਸੀਗਾ ਵਿੱਚ ਕਈ ਕੇਸਾਧਾਰੀ ਹੁੰਦੇ ਸੀਗੇ ਅਤੇ ਕਈ ਮੋਨੇ ਵੀ ਹੁੰਦੇ ਸੀਗੇ। ਇਸ ਕਰਕੇ ਇਹਨਾਂ ਦੇ ਆਪਸ ਵਿੱਚ ਫੜ ਪੈ ਗਿਆ ਅਤੇ ਹੌਲੀ ਹੌਲੀ ਇਹ ਜਿਹੜੀ ਸੈਨਾ ਸੀ ਇਹ ਖਤਮ ਹੋ ਗਈ। ਪਰ ਅੱਜ ਵੀ ਇਹ ਜਦੋਂ ਇਹਨਾਂ ਦੇ ਕੋਈ ਨਗਰ ਕੀਰਤਨ ਜਲੂਸ ਹੁੰਦੇ ਹਨ ਤਾਂ ਇਹਨਾਂ ਦੀ ਇਹ ਸੈਨਾ ਉਦੋਂ ਵੇਖਣ ਨੂੰ ਮਿਲਦੀ ਹੈ। ਇਹ ਉਹਨਾਂ ਨਗਰ ਕੀਰਤਨਾਂ ਦੀ ਅਗਵਾਈ ਮੂਹਰੇ ਹੋ ਕੇ ਕਰਦੀ ਹੁੰਦੀ ਹੈ। ਗੁਰੂ ਸਾਹਿਬ ਜੀ ਨਾਰਾਇਣ ਤੋਂ ਅੱਗੇ ਪੁਸ਼ਕਰ ਵਿਖੇ ਪਧਾਰਦੇ ਹਨ ਔਰ ਇੱਥੇ ਇੱਕ ਝੀਲ ਦੇ ਕਿਨਾਰੇ ਆਪਣਾ ਪੜਾਅ ਕਰਦੇ ਹਨ। ਦੱਸਿਆ ਜਾਂਦਾ ਹੈ ਇਸ ਘਾਟ ਦੇ ਉੱਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਆਪਣੀ ਦੂਸਰੀ ਉਦਾਸੀ ਦੌਰਾਨ ਇੱਥੇ ਪਧਾਰੇ ਸਨ। ਗੁਰੂ ਗੋਬਿੰਦ ਸਿੰਘ ਜਦੋਂ ਮਹਾਰਾਜ ਜੀ ਇੱਥੇ ਅੱਜ ਤੋਂ ਕੋਈ 3 ਸਾਲ ਪਹਿਲਾਂ ਜਦੋਂ ਪਧਾਰਦੇ ਹਨ ਤਾਂ ਹੋ ਸਕਦਾ ਹੈ ਕਿ ਇਸ ਘਾਟ ਦੇ ਚਾਰ ਚੁਫੇਰੇ ਇੰਨੀ ਉਦੋਂ ਆਬਾਦੀ ਨਾ ਹੋਵੇ। ਅੱਜ ਇਹ ਇੱਥੇ ਬਹੁਤ ਸੰਘਣੀ ਆਬਾਦੀ ਹੈ। ਇਹ ਇਲਾਕਾ ਨਿੱਕੀਆਂ ਨਿੱਕੀਆਂ ਪਹਾੜੀਆਂ ਅਤੇ ਨਿੱਕੀਆਂ ਨਿੱਕੀਆਂ ਨਦੀਆਂ ਨਾਲ ਘਿਰਿਆ ਹੋਇਆ ਔਰ ਬਹੁਤ ਹੀ ਸੁੰਦਰ ਅਤੇ ਰਮਣੀਕ ਇਹ ਇਲਾਕਾ। ਇਸ ਦੇ ਬਾਜ਼ਾਰ ਬਹੁਤ ਹੀ ਸੁੰਦਰ ਅਤੇ ਰੌਣਕ ਵਾਲੇ ਹਨ। ਇਹਨਾਂ ਦੇ ਬਾਜ਼ਾਰਾਂ ਦੇ ਵਿੱਚ ਬਾਹਰਲੇ ਵਿਦੇਸ਼ੀ ਲੋਕ ਵੀ ਆ ਕੇ ਵਸੇ ਹੋਏ ਹਨ, ਜਿਨ੍ਹਾਂ ਨੇ ਕਿ ਇੱਥੋਂ ਦੇ ਲੋਕਾਂ ਦੇ ਨਾਲ ਵਿਆਹ ਕਰਵਾ ਲਿਆ ਔਰ ਇੱਥੇ ਹੀ ਰਹਿਣ ਲੱਗ ਪਏ। ਉਸ ਦਾ ਕਾਰਨ ਇਹੀ ਹੈ ਕਿ ਇਹਨਾਂ ਨੂੰ ਇਹ ਇਲਾਕਾ ਬਹੁਤ ਪਸੰਦ ਆਇਆ। ਅੱਜ ਤਾਂ ਇਹ ਇੱਧਰ ਸੈਰ ਵਾਸਤੇ ਸਨ, ਇਸ ਏਰੀਆ ਨੂੰ ਘੁੰਮਣ ਵਾਸਤੇ, ਪਰ ਇਹਨਾਂ ਨੂੰ ਇੱਥੋਂ ਦੇ ਇਲਾਕੇ ਨੇ ਮੋੜਿਆ। ਇਹ ਇੱਥੋਂ ਦੇ ਹੀ ਵਸਿੰਦੇ ਬਣ ਕੇ ਰਹਿ ਗਏ। ਅੱਜ ਵੀ ਇਹਨਾਂ ਦੁਕਾਨਾਂ ਦੇ ਉੱਪਰ ਇਹ ਲੋਕ ਬੈਠੇ ਹੋਏ ਦੁਕਾਨਦਾਰੀ ਕਰ ਰਹੇ ਹਨ ਔਰ ਇਹਨਾਂ ਦੇ ਰੂਪ ਤੋਂ ਆਪਾਂ ਇਹਨਾਂ ਨੂੰ ਪਛਾਣ ਸਕਦੇ ਹਾਂ, ਜਿਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਇਹ ਵਿਦੇਸ਼ੀ ਲੋਕ ਹਨ, ਪਰ ਇਹ ਹੁਣ ਇੱਥੋਂ ਦੇ ਨਾਗਰਿਕਤਾ ਹਾਸਲ ਕਰ ਚੁੱਕੇ ਹਨ। ਪੁਸ਼ਕਰ ਦੇ ਵਿੱਚ ਸਿੱਖਾਂ ਦੀ ਗਿਣਤੀ ਬਹੁਤ ਘੱਟ ਹੈ। ਇੱਥੋਂ ਕੋਈ 15 ਕਿਲੋਮੀਟਰ ਸਾਈਡ 'ਤੇ ਅਜਮੇਰ ਸ਼ਹਿਰ ਵਸਿਆ ਹੋਇਆ ਹੈ। ਇਸ ਵਿੱਚ ਸਿੱਖਾਂ ਦੀ ਗਿਣਤੀ ਕੋਈ 10-15 ਹਜ਼ਾਰ ਦੇ ਕਰੀਬ ਹੈਗੀ ਹੈ ਔਰ ਇਸ ਜਗ੍ਹਾ ਉੱਤੇ ਕਈ ਗੁਰਦੁਆਰੇ ਉਹਨਾਂ ਨੇ ਬਣਾਏ ਹੋਏ ਹਨ। ਪਰ ਇੱਥੇ ਪੁਸ਼ਕਰ ਵਿਖੇ ਇੱਥੇ ਸਿੱਖਾਂ ਦੀ ਗਿਣਤੀ ਘੱਟ ਹੋਣ ਕਰਕੇ ਇੱਥੇ ਕੋਈ ਗੁਰਦੁਆਰਾ ਨਹੀਂ ਬਣ ਸਕਿਆ ਅਤੇ ਨਾ ਹੀ ਕੋਈ ਉਸ ਘਾਟ 'ਤੇ ਕੋਈ ਇਹ ਸ਼ਨਾਖਤ ਹੋ ਸਕੀ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪੱਕੇ ਤੌਰ 'ਤੇ ਕਿਹੜੀ ਜਗ੍ਹਾ 'ਤੇ ਇਸ਼ਨਾਨ ਕੀਤਾ ਸੀ। ਅੱਜ ਜਿਸ ਨੂੰ ਪਹਿਲਾਂ ਗੁਰੂ ਗੋਬਿੰਦ ਘਾਟ ਕਿਹਾ ਜਾਂਦਾ ਸੀ, ਉਸ ਨੂੰ ਹੁਣ ਬਹੁ ਘਾਟ ਆਖਿਆ ਜਾਂਦਾ ਹੈ। ਉਸ ਜਗ੍ਹਾ ਦੇ ਉੱਪਰ ਇੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਮ ਦੀ ਇੱਕ ਛੋਟੀ ਜਿਹੀ ਪੱਥਰ ਦੀ ਪਲੇਟ ਲੱਗੀ ਹੋਈ ਹੈ, ਜਿਸ ਉੱਪਰ ਗੁਰੂ ਗੋਬਿੰਦ ਸਿੰਘ ਘਾਟ ਲਿਖਿਆ ਹੋਇਆ। ਇੱਕ ਤੋਂ ਥਾਵਾਂ 'ਤੇ ਹੋਰ ਵੀ ਲਿਖਿਆ ਮਿਲਦਾ ਹੈ ਗੁਰੂ ਗੋਬਿੰਦ ਸਿੰਘ ਘਾਟ। ਔਰ ਇਸ ਦੇ ਮੁੱਖ ਦੁਆਰ ਦੇ ਉੱਪਰ ਇੱਕ ਚੁਬਾਰਾ ਹੈਗਾ ਦੂਸਰੀ ਮੰਜ਼ਲ ਦੇ ਉੱਪਰ। ਉੱਥੇ ਪਹਿਲਾਂ ਪੰਡਿਤ ਰਾਮ ਸਿੰਘ ਜਿਹੜਾ ਪੁਰੋਹਿਤ ਸੀਗਾ, ਉਸ ਜਗ੍ਹਾ ਉੱਪਰ ਗੁਰੂ ਮਹਾਰਾਜ ਦੇ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਦਾ ਸੀਗਾ ਔਰ ਉੱਥੇ ਪਾਠ ਵੀ ਕਰਦਾ ਹੁੰਦਾ ਸੀ। 1921 ਦੇ ਵਿੱਚ ਪੰਡਿਤ ਤਾਰਾ ਚੰਦ ਨਰੋਤਮ ਇਸ ਸਥਾਨ ਦੀ ਯਾਤਰਾ ਕਰਦੇ ਹਨ ਔਰ ਉਹ ਆਪਣੀ ਉਹ ਪੁਸਤਕ ਦੇ ਵਿੱਚ ਲਿਖਦੇ ਹਨ, ਜਿਸ ਦਾ ਨਾਮ ਹੈ ਸ਼੍ਰੀ ਤੀਰਥ ਗ੍ਰਹਿ ਸੰਗ੍ਰਹਿ। ਉਸ ਵਿੱਚ ਲਿਖਦੇ ਹਨ ਕਿ ਇਸ ਦੀ ਦੂਸਰੀ ਮੰਜ਼ਲ ਦੇ ਉੱਪਰ ਮੁੱਖ ਗੇਟ 'ਤੇ ਪੰਡਿਤ ਰਾਮ ਸਿੰਘ ਜੋ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕੀਤਾ ਹੋਇਆ ਅਤੇ ਉਸ ਦਾ ਪਾਠ ਕਰਦਾ ਰਹਿੰਦਾ ਹੈ ਸੁਬਾਹ ਸ਼ਾਮ। ਪਰ ਹੁਣ ਜਦੋਂ ਅੱਜ ਅਸੀਂ ਆਏ ਹਾਂ 2022 ਦੇ ਵਿੱਚ, ਇਸ ਦੇ ਉੱਪਰ ਉਹ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਨਾਮ ਨਹੀਂ ਹੈ ਅਤੇ ਨਾ ਹੀ ਉੱਥੇ ਕੋਈ ਇਸ ਤਰ੍ਹਾਂ ਦੀ ਆਪਾਂ ਨੂੰ ਕੋਈ ਦਿਖਾਈ ਦਿੰਦੀ ਹੈ ਜਗ੍ਹਾ ਕਿ ਜਿੱਥੋਂ ਆਪਾਂ ਨੂੰ ਪਤਾ ਲੱਗੇ ਕਿ ਹਾਂ ਪਹਿਲਾਂ ਇੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਸੀ। ਇੱਕ ਕਾਰਨ ਇਸ ਦਾ ਹੋਰ ਵੀ ਹੋ ਸਕਦਾ ਹੈ। ਅਸੀਂ ਪਿਛਲੇ ਸਥਾਨ ਨਾਰਾਇਣਾ ਵਿਖੇ ਜਦੋਂ ਉੱਥੇ ਦਰਸ਼ਨ ਕਰ ਰਹੇ ਸਨ, ਉਸ ਜਗ੍ਹਾ ਦੇ ਦਰਸ਼ਨ ਕਰ ਰਹੇ ਸੀ ਜਿੱਥੇ ਉੱਪਰ ਗੁਰੂ ਮਹਾਰਾਜ ਵਿਰਾਜੇ ਸਨ। ਸਾਨੂੰ ਪਤਾ ਤਾਂ ਲੱਗ ਗਿਆ ਸੀਗਾ ਇਤਿਹਾਸ ਤੋਂ ਵੀ ਇਹੀ ਗੁਰੂ ਸਾਹਿਬ ਦੀ ਅਸਲ ਜਗ੍ਹਾ ਹੈ ਜਿੱਥੇ ਉਹ ਵਿਰਾਜੇ ਸਨ।
पर ਜਿਹੜੇ ਉੱਥੋਂ ਦੇ ਮਹੰਤ ਹਨ ਉਹਨਾਂ ਨੂੰ ਅਸੀਂ ਮਿਲੇ ਤਾਂ ਉਹਨਾਂ ਨੇ ਇਸ ਜਗ੍ਹਾ ਨੂੰ ਇਨਕਾਰ ਦਿੱਤਾ। ਉਹ ਕਹਿਣ ਲੱਗੇ ਸਾਰੀ ਜਿਹੀ ਜਗ੍ਹਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਹੈ, ਪਰ ਇਹ ਪੱਕਾ ਪਤਾ ਨਹੀਂ ਹੈ ਵੀ ਉਹ ਕਿਹੜੀ ਜਗ੍ਹਾ ਆਏ ਹਨ। ਜ਼ਰੂਰ ਇੱਥੇ ਬੈਠੇ ਹਨ, ਪਰ ਉਹਨਾਂ ਦਾ ਪੱਕਾ ਸਥਾਨ ਨਹੀਂ ਕਿ ਉਹਨਾਂ ਨੇ ਆਪਣਾ ਆਸਣ ਕਿੱਥੇ ਲਾਇਆ ਹੋਇਆ ਸੀਗਾ। ਇਸ ਦਾ ਕਾਰਨ ਇਹ ਹੈ ਕਿ ਇੱਕ ਵਾਰੀ ਪਿਛਲੇ ਸਾਲਾਂ ਦੇ ਵਿੱਚ ਸ੍ਰੀ ਨੰਦੇੜ ਸਾਹਿਬ ਤੋਂ ਕੁਛ ਨਿਹੰਗ ਸਿੰਘ ਆਪਣੀ ਯਾਤਰਾ ਕਰਦੇ ਹੋਏ ਗੁਰੂ ਸਾਹਿਬ ਦੇ ਇਸ ਸਥਾਨ ਜੋ ਕਿ ਨਰਾਣਾ ਵਿਖੇ ਹੈ, ਦਾਦੂ ਦੀ ਸਮਾਧ ਜਿੱਥੇ ਹੈ, ਉੱਥੇ ਉਹ ਦਰਸ਼ਨਾਂ ਵਾਸਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਥਾਨ ਦੇ ਆਉਂਦੇ ਹਨ ਅਤੇ ਉੱਥੇ ਉਹ 5-7 ਦਿਨ ਰੁਕਦੇ ਵੀ ਹਨ। ਉਹਨਾਂ ਦੇ ਚਲੇ ਜਾਣ ਤੋਂ ਬਾਅਦ ਇਹ ਲੋਕ ਦੇ ਮਨ ਦੇ ਵਿੱਚ ਇਹ ਡਰ ਫੈਲ ਗਿਆ ਕਿ ਇੱਥੇ ਕਿਤੇ ਇਹ ਨਿਹੰਗ ਸਿੰਘ ਜਾਂ ਹੋਰ ਸਿੱਖ ਲੋਕ ਆ ਕੇ ਕੱਲ੍ਹ ਨੂੰ ਇਸ ਜਗ੍ਹਾ ਦੀ ਡਿਮਾਂਡ ਨਾ ਕਰਨ, ਮੰਗ ਨਾ ਕਰਨ। ਇਸ ਕਰਕੇ ਇਹਨਾਂ ਨੇ ਫਿਰ ਉੱਥੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਵੀ ਪ੍ਰਕਾਸ਼ ਕਰ ਦਿੱਤਾ। ਪਹਿਲਾਂ ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੁੰਦਾ ਸੀਗਾ, ਹੁਣ ਉੱਥੇ ਕੋਈ ਵੀ ਸਿੱਖ ਧਰਮ ਨਾਲ ਜੁੜੀ ਹੋਈ ਨਿਸ਼ਾਨੀ ਨਹੀਂ ਦਿਖਦੀ, ਪਰ ਜਿਹੜੀਆਂ ਨਿਸ਼ਾਨੀਆਂ ਇਤਿਹਾਸ ਵਿੱਚ ਲਿਖੀਆਂ ਹਨ ਉਹ ਅੱਜ ਵੀ ਮੌਜੂਦ ਹਨ। ਉਹ ਬੋਰਡ ਉੱਥੇ ਮੌਜੂਦ ਹੈ, ਉਹ ਥੜਾ ਉੱਥੇ ਮੌਜੂਦ ਹੈ ਅਤੇ ਨਾਲ ਉਹਦੇ ਝੀਲ ਹੈਗੀ ਵੱਡੀ ਸਾਡੀ, ਉਹ ਝੀਲ ਵੀ ਮੌਜੂਦ ਹੈਗੀ ਹੈ। ਇਹ ਕੁਛ ਨਿਸ਼ਾਨੀਆਂ ਹਨ ਜੋ ਕਿ ਗੁਰੂ ਸਾਹਿਬ ਦੇ ਹਰ ਪੜਾਅ 'ਤੇ ਸਾਨੂੰ ਮਿਲਦੀਆਂ ਹਨ। ਜਿਸ ਤਰ੍ਹਾਂ ਕਿ ਗੁਰੂ ਸਾਹਿਬ ਪੜਾਅ ਕਰਦੇ ਸੀਗੇ ਝੀਲ ਦੇ ਕਿਨਾਰੇ, ਖੁੱਲ੍ਹੀ ਜਗ੍ਹਾ ਦੇ ਉੱਪਰ, ਉੱਚੀ ਜਗ੍ਹਾ ਦੇ ਉੱਪਰ। ਹੋ ਸਕਦਾ ਹੈ ਇੱਥੋਂ ਦੇ ਲੋਕਾਂ ਨੇ ਵੀ ਜਦੋਂ ਇਸੇ ਗੱਲ ਨੂੰ ਵਿਚਾਰਿਆ ਹੋਵੇ ਤਾਂ ਉਹਨਾਂ ਨੂੰ ਡਰ ਪੈਦਾ ਹੋ ਗਿਆ ਹੋਵੇ ਕਿ ਕਿਤੇ ਸਿੱਖ ਇੱਥੇ ਗੁਰਦੁਆਰੇ ਦੀ ਡਿਮਾਂਡ ਨਾ ਕਰ। ਹੋ ਸਕਦਾ ਇਸ ਕਰਕੇ ਹੀ ਇਹਨਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਚੱਕ ਦਿੱਤਾ ਹੋਵੇ। ਇੱਥੋਂ ਦੇ ਕੁਝ ਸਿੱਖਾਂ ਨੇ ਇਕੱਠੇ ਹੋ ਕੇ ਆਪਣੀ ਇੱਕ ਸੰਸਥਾ ਵੀ ਬਣਾਈ ਔਰ ਇਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਕਿ ਇਸ ਘਾਟ ਦੇ ਆਸੇ-ਪਾਸੇ ਕਿਤੇ ਕੋਈ ਜਗ੍ਹਾ ਮਿਲ ਜਾਵੇ ਜਿੱਥੇ ਕਿ ਗੁਰੂ ਸਾਹਿਬ ਦੀ ਯਾਦ ਨੂੰ ਤਾਜ਼ਾ ਕਰਦਾ ਹੋਇਆ ਛੋਟਾ ਜਿਹਾ ਕੋਈ ਸਥਾਨ ਬਣਾਇਆ ਜਾਵੇ, ਪਰ ਇਹ ਸਫਲ ਨਹੀਂ ਹੋ ਸਕੇ। ਪੁਸ਼ਕਰ ਦਾ ਜਿਹੜਾ ਇਹ ਸਥਾਨ ਹੈ ਇਹ ਹਿੰਦੂ ਧਰਮ ਦੇ ਵਿੱਚ ਬਹੁਤ ਵੱਡੀ ਮਹੱਤਤਾ ਰੱਖਦਾ ਹੈ। ਹਿੰਦੂ ਧਰਮ ਦੇ ਲੋਕਾਂ ਦੀਆਂ ਇਸ ਨਾਲ ਆਪਣੀਆਂ ਬਹੁਤ ਭਾਵਨਾਵਾਂ ਜੁੜੀਆਂ ਹਨ। ਬ੍ਰਹਮਾ ਦੇ ਕਾਲ ਦੇ ਦੌਰਾਨ ਬ੍ਰਹਮਾ ਦੇ ਮਨ ਵਿੱਚ ਇੱਕ ਜੱਗ ਕਰਨ ਦਾ ਵਿਚਾਰ ਬਣਿਆ ਸੀਗਾ, ਜੋ ਕਿ ਪੁਰਾਤਨ ਗ੍ਰੰਥਾਂ ਦੇ ਵਿੱਚ ਇੱਕ ਇਤਿਹਾਸ ਲਿਖਿਆ ਹੋਇਆ ਬ੍ਰਹਮਾ ਦਾ ਕਿ ਬ੍ਰਹਮਾ ਦੇ ਮਨ ਦੇ ਵਿੱਚ ਜੱਗ ਕਰਨ ਦੀ ਸੋਚ ਬਣੀ। ਬ੍ਰਹਮਾ ਨੇ ਸਾਰੀ ਧਰਤੀ ਘੁੰਮੀ ਪਰ ਉਸ ਨੂੰ ਕਿਤੇ ਵੀ ਕੋਈ ਜਗ੍ਹਾ ਜੱਗ ਕਰਨ ਦੇ ਲਾਇਕ ਨਾ ਮਿਲੀ। ਫਿਰ ਉਸ ਨੇ ਕਹਿੰਦੇ ਹਨ ਕਿ ਉਹ ਇੱਥੇ ਇੱਕ ਪੁਸ਼ਪ ਛਿੱਟਿਆ, ਫੁੱਲ ਸਿੱਟਿਆ, ਜੋ ਕਿ ਫੁੱਲ 3 ਥਾਵਾਂ 'ਤੇ ਖਿੰਡ ਕੇ ਡਿੱਗ ਪਿਆ। ਇਹ 3 ਸਥਾਨ ਉਹ ਘਾਟ ਬਣ ਗਏ ਹਨ। ਪਹਿਲਾ ਜਿਹੜਾ ਸਥਾਨ ਹੈ ਉਹ ਜੈਸਤ ਘਾਟ ਹੈ, ਦੂਜਾ ਮੱਧ ਪੁਸ਼ਕਰ ਹੈ ਅਤੇ ਤੀਜੇ ਸਥਾਨ ਦਾ ਕਨਿਸ਼ਟ ਪੁਸ਼ਕਰ ਹੈ। ਇਹ 3 ਸਥਾਨ ਹੈ। ਫਿਰ ਬ੍ਰਹਮਾ ਜੀ ਨੇ ਇਸ ਸਥਾਨ ਦੇ ਉੱਪਰ ਆਪਣਾ ਜੱਗ ਕੀਤਾ। ਇਹ ਵੀ ਦੱਸਿਆ ਜਾਂਦਾ ਹੈ ਇਤਿਹਾਸ ਦੇ ਵਿੱਚ ਕਿ ਬ੍ਰਹਮਾ ਦਾ ਪੂਰੇ ਇੰਡੀਆ ਦੇ ਵਿੱਚ ਕਿਤੇ ਵੀ ਕੋਈ ਹੋਰ ਮੰਦਿਰ ਨਹੀਂ ਹੈ, ਸਿਰਫ ਇੱਕ ਇਹੀ ਜਗ੍ਹਾ ਹੈ ਪੁਸ਼ਕਰ ਦੇ ਵਿੱਚ ਜਿੱਥੇ ਬ੍ਰਹਮਾ ਦਾ ਇੱਕ ਮੰਦਿਰ ਹੈ ਔਰ ਇਹ ਮੰਦਿਰ ਬਹੁਤ ਹੀ ਸੁੰਦਰ ਬਣਿਆ ਹੋਇਆ ਹੈ। ਲੋਕ ਇਸ ਦੇ ਦਰਸ਼ਨ ਨੂੰ ਆਉਂਦੇ ਹਨ। ਇਸ ਮੰਦਿਰ ਦੇ ਅੰਦਰ ਫੋਟੋਗ੍ਰਾਫੀ ਕਰਨੀ ਮਨ੍ਹਾ ਹੈ, ਨਹੀਂ ਤਾਂ ਅਸੀਂ ਤੁਹਾਨੂੰ ਇਸ ਦੇ ਅੰਦਰ ਵੀ ਦਰਸ਼ਨ ਕਰਵਾਉਂਦੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਹੁਕਮਨਾਮੇ ਦੇ ਦਰਸ਼ਨਾਂ ਦੀ ਲਾਲਸਾ ਲਈ ਅਸੀਂ ਅੱਜ ਸਵੇਰੇ ਹੀ ਪੰਡਿਤ ਜੀ ਨੂੰ ਮਿਲਣ ਵਾਸਤੇ ਆ ਗਏ। ਅੱਗੇ ਆਏ ਤਾਂ ਪੰਡਿਤ ਜੀ ਦੀ ਦੁਕਾਨ ਬੰਦ ਸੀ। ਅਸੀਂ ਸੋਚਿਆ ਚਲੋ ਅੱਗੇ ਤੋਂ ਵਾਪਸੀ 'ਤੇ ਹੋ ਕੇ ਫਿਰ ਆਉਂਦੇ ਹਾਂ। ਅਸੀਂ ਅੱਗੇ ਗੁਰੂ ਗੋਬਿੰਦ ਸਿੰਘ ਘਾਟ ਗਏ ਤਾਂ ਉੱਥੋਂ ਵਾਪਸ ਆਏ ਤਾਂ ਪੰਡਿਤ ਜੀ ਫਿਰ ਵੀ ਨਹੀਂ ਸੀ ਆਏ। ਅਸੀਂ ਉਹਨਾਂ ਨੂੰ ਫੋਨ ਕੀਤਾ ਤਾਂ ਫੋਨ 'ਤੇ ਅੱਗੋਂ ਸਾਨੂੰ ਸੁਨੇਹਾ ਮਿਲਿਆ ਕਿ ਆ ਰਿਹਾ ਜੀ, ਤੁਸੀਂ ਵੇਟ ਕਰੋ। ਉੱਥੇ ਇੱਕ ਨੌਜਵਾਨ ਮੁੰਡਾ ਜੋ ਕਿ ਪੰਡਿਤ ਜੀ ਦਾ ਪੋਤਾ ਸੀ, ਇਸ ਨੇ ਆ ਕੇ ਫਿਰ ਦੁਕਾਨ ਖੋਲ੍ਹੀ ਅਤੇ ਸਾਨੂੰ ਦਰਸ਼ਨ ਕਰਾਉਣ ਲੱਗਾ। ਜਿਸ ਟਾਈਮ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਸ ਜਗ੍ਹਾ ਆਉਂਦੇ ਹਨ ਉਹਨਾਂ ਨੂੰ ਪੰਡਿਤ ਚੇਤਨ ਰਾਮ ਜੀ ਮਿਲਦੇ ਹਨ। ਗੁਰੂ ਸਾਹਿਬ ਜੀ ਨੂੰ ਮਿਲਣ 'ਤੇ ਉਹ ਉਹਨਾਂ ਦਾ ਆਦਰ ਸਤਿਕਾਰ ਕਰਦੇ ਹਨ, ਉਹਨਾਂ ਦੇ ਲੰਗਰ ਪਾਣੀ ਦੀ ਵਿਵਸਥਾ ਕਰਦੇ ਹਨ ਅਤੇ ਉਹਨਾਂ ਦਾ ਰਹਿਣ ਦਾ ਡੇਰੇ ਦਾ ਟਿਕਾਣੇ ਦਾ ਪ੍ਰਬੰਧ ਕਰਦੇ ਹਨ। ਗੁਰੂ ਸਾਹਿਬ ਦੀ ਉਹ ਸੇਵਾ ਕਰਦੇ ਹਨ ਤਾਂ ਗੁਰੂ ਸਾਹਿਬ ਜੀ ਉਹਨਾਂ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਗੁਰੂ ਸਾਹਿਬ ਉਹਨਾਂ ਨੂੰ ਵਰ ਮੰਗਣ ਲਈ ਕਹਿੰਦੇ ਹਨ। ਤਾਂ ਪੰਡਿਤ ਜੀ ਨੇ ਉਸ ਟਾਈਮ ਜਿਹੜਾ ਵਰ ਮੰਗਿਆ ਸੀਗਾ ਉਹ ਬਹੁਤ ਹੀ ਸੋਹਣਾ ਔਰ ਕੀਮਤੀ ਵਰ ਮੰਗਿਆ। ਪੰਡਿਤ ਜੀ ਨੇ ਗੁਰੂ ਜੀ ਨੂੰ ਬੇਨਤੀ ਕੀਤੀ, ਗੁਰੂ ਸਾਹਿਬ ਅਗਰ ਤੁਸੀਂ ਮੈਨੂੰ ਕੋਈ ਧਨ ਦੌਲਤ ਦਿੰਦੇ ਆ ਜਾਂ ਕੋਈ ਹੋਰ ਰਾਜ ਦਿੰਦੇ ਹੋ ਤਾਂ ਇਹ ਕੁਛ ਟਾਈਮ ਬਾਅਦ ਖਤਮ ਹੋ ਜਾਣਗੇ। ਮੈਨੂੰ ਐਸਾ ਵਰ ਦੀਜੀਏ ਜਿਸ ਦੇ ਨਾਲ ਅਸੀਂ ਰਹਿੰਦੀ ਦੁਨੀਆ ਤੱਕ ਜਾਂ ਜਿਹੜੇ ਆਪ ਜੀ ਦੇ ਸਿੱਖ ਜਿੰਨਾ ਚਿਰ ਖਾਲਸਾ ਪੰਥ ਹੈਗਾ ਉਹ ਸਾਨੂੰ ਆਪਣੇ ਨਾਲ ਸਾਨੂੰ ਯਾਦ ਕਰਦਾ ਰਹੇ। ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਫਿਰ ਆਪਣੇ ਹੱਥਾਂ ਦੇ ਨਾਲ ਇਹ ਹੁਕਮਨਾਮਾ ਲਿਖ ਕੇ ਦਿੱਤਾ ਜਿਸ ਦੇ ਆਪ ਦਰਸ਼ਨ ਕਰ ਰਹੇ ਹੋ। ਇਸ ਉੱਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਈਨ ਹਨ ਅਤੇ ਉਹਨਾਂ ਦੇ ਨਾਲ ਜਿਹੜੇ ਸਿੰਘ ਆਏ ਸਨ ਉਹਨਾਂ ਦੇ ਵੀ ਸਾਈਨ ਹਨ, ਜਿੱਦਾਂ ਸ਼ੇਰ ਸਿੰਘ ਜੀ ਹਨ, ਭਾਈ ਨਿਧਾਨ ਸਿੰਘ ਜੀ ਹਨ, ਸੁੰਦਰ ਸਿੰਘ ਜੀ ਹਨ, ਉਹਨਾਂ ਦੇ ਨਾਲ ਸਾਈਨ ਕੀਤੇ ਹੋਏ ਹਨ।
ਇਹ ਜਿਹੜਾ ਹੁਕਮਨਾਮਾ ਹੈ ਇਹਨਾਂ ਨੇ ਬਹੁਤ ਸੰਭਾਲ ਕੇ ਰੱਖਿਆ। ਇਹ ਭੋਜ ਪੱਤਰ ਦੇ ਉੱਪਰ ਲਿਖਿਆ ਗਿਆ, ਜਿਸ ਤਰ੍ਹਾਂ ਪਹਿਲਾਂ ਲਿਖੇ ਜਾਂਦੇ ਸੀਗੇ ਭੋਜ ਪੱਤਰਾਂ ਦੇ ਉੱਪਰ, ਜੋ ਕਾਗਜ਼ ਦੀ ਅਵਸਥਾ ਘੱਟ ਹੁੰਦੀ ਸੀ। ਜਦੋਂ ਹਿੰਦੁਸਤਾਨ ਦੇ ਗ੍ਰਹਿ ਮੰਤਰੀ ਗਿਆਨੀ ਜੈਲ ਸਿੰਘ ਜੀ ਬਣੇ ਹਨ ਤਾਂ ਉਹਨਾਂ ਨੇ ਜਿਹੜਾ ਗੁਰੂ ਗੋਬਿੰਦ ਸਿੰਘ ਮਾਰਗ ਸੀਗਾ ਇਹ ਸਾਰੇ ਦੀ ਖੋਜ ਕੀਤੀ ਔਰ ਗੁਰੂ ਗੋਬਿੰਦ ਸਿੰਘ ਮਾਰਗ ਨੂੰ ਉਹਨਾਂ ਨੇ ਨਕਸ਼ੇ ਵਿੱਚ ਲਿਆਂਦਾ। ਇਸ ਦੇ ਉੱਪਰ ਉਹਨਾਂ ਨੇ ਇੱਕ ਰੋਡ ਵੀ ਬਣਵਾਇਆ ਜਿਸ ਦਾ ਨਾਮ ਗੁਰੂ ਗੋਬਿੰਦ ਸਿੰਘ ਮਾਰਗ ਰੱਖਿਆ ਗਿਆ ਹੈ। ਔਰ ਇਸ ਉੱਤੋਂ ਦੀ ਚੱਲਦੇ ਹੋਏ ਜਦੋਂ ਗਿਆਨੀ ਜੀ ਇਸ ਜਗ੍ਹਾ ਆਉਂਦੇ ਹਨ ਤੇ ਇੱਥੇ ਇਸ ਜਗ੍ਹਾ ਪੰਡਿਤ ਜੀ ਨੂੰ ਮਿਲਦੇ ਹਨ ਜੋ ਕਿ ਪੰਡਤ ਦੇ ਵੰਸ਼ ਵਿੱਚੋਂ ਹਨ। ਉਹਨਾਂ ਨੂੰ ਮਿਲ ਕੇ ਇਹ ਜਿਹੜਾ ਭੋਜ ਪੱਤਰ ਸੀ ਇਹ ਥੋੜ੍ਹੀ ਖਸਤਾ ਹਾਲਤ ਵਿੱਚ ਹੋਇਆ ਵੀ ਸੀਗਾ। ਉਹ ਇਸ ਨੂੰ ਇੱਥੋਂ ਲੈ ਜਾਂਦੇ ਹਨ, ਆਪਣੇ ਨਾਲ ਜਾ ਕੇ ਇਸ ਨੂੰ ਫਰੇਮ ਕਰਕੇ ਇਸ ਨੂੰ ਵਧੀਆ ਕੈਮੀਕਲ ਦੇ ਨਾਲ ਜਿਹੜਾ ਸੀਗਾ ਇਸ ਵਿੱਚ ਨਵੀਨਤਾ ਭਰਦੇ ਹਨ। ਫਰੇਮ ਕਰਕੇ ਪਿੱਤਲ ਦੇ ਫਰੇਮ ਦੇ ਵਿੱਚ ਦੇਖੋ ਬਹੁਤ ਸੁੰਦਰ ਭਰਿਆ ਹੋਇਆ ਹੈ, ਆਸੇ ਪਾਸੇ ਬਹੁਤ ਹੀ ਸੁੰਦਰ ਫਰੇਮ ਲੱਗਿਆ ਹੋਇਆ ਹੈ ਇਸ ਨੂੰ। ਔਰ ਇਹ ਜਿਹੜਾ ਹੁਣ ਤਾਂ ਖੈਰ ਚਲੋ ਅੱਗੇ ਟਾਈਮ ਬਦਲ ਰਿਹਾ, ਪਹਿਲੇ ਜਿਹੜੇ ਪੰਡਿਤ ਜੀ ਸਨ ਇਹ ਸਰਦਾਰ ਸਨ, ਕੇਸ ਰੱਖਦੇ ਸਨ, ਕੇਸਾਧਾਰੀ ਸਨ, ਦਾੜੇ ਵਿੱਚ ਰੱਖਿਆ ਹੋਇਆ। ਅਸੀਂ ਤੁਹਾਨੂੰ ਇਸ ਦੀ ਫੋਟੋ ਨਾਲ ਦਿਖਾ ਰਹੇ ਹਾਂ। ਔਰ ਗੁਰੂ ਘਰ ਵਿੱਚ ਇਹਨਾਂ ਦਾ ਬਹੁਤ ਵਿਸ਼ਵਾਸ ਹੈ। ਇੱਕ ਇਹਨਾਂ ਦੇ ਕੋਲੇ ਹੋਰ ਪੋਥੀ ਹੈਗੀ ਹੈ ਆਪਣੀ ਇਹਨਾਂ ਦੀ ਜਿਹੜੀ, ਜਿਹਦੇ ਵਿੱਚ ਇਹ ਆਪਣੇ ਪੰਡਿਤ ਲੋਕ ਜਿਹੜੇ ਮ੍ਰਿਤਕਾਂ ਦੇ ਨਾਮ ਵਗੈਰਾ ਪਤੇ ਵਗੈਰਾ ਲਿਖਦੇ ਹਨ। ਇਹ ਪੰਡਿਤ ਜੀ ਦੇ ਪੜਪੋਤੜੇ ਹਨ ਜੋ ਕਿ ਨਵੀਂ ਵੰਸ਼ ਵਿੱਚੋਂ ਹਨ। ਇਹਨਾਂ ਨੂੰ ਇਸ ਬਾਰੇ ਇੰਨਾ ਜਾਣਕਾਰੀ ਨਹੀਂ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਹੁਤ ਵੱਡੀ ਕਿਰਪਾ ਕਿ ਪੰਡਿਤ ਜੀ ਆਪ ਵੀ ਆ ਚੁੱਕੇ ਹਨ ਤੇ ਅਸੀਂ ਤੁਹਾਨੂੰ ਉਹਨਾਂ ਦੇ ਕੋਲੋਂ ਹੋਰ ਵੀ ਜ਼ਿਆਦਾ ਵਧੀਆ ਜਾਣਕਾਰੀ ਆਪ ਜੀ ਨੂੰ ਦਿਵਾਉਣੀ ਹੈ ਜੀ। आओ आप पंडित जी को मिलते हैं। तो इसमें यही लिखा हुआ है, एक ओंकार श्री वाहिगुरु जी की फतेह, सरवत पंत खालसा जी के नाम हुक्मनामा, विक्रम संवत 1762, 31 सूजी 15 को गोविंद सिंह दादू मुकाम से पुष्कर तीर्थ मुकाम किता, तीर्थ स्नान किता, सफल किता, पुरोहित चेतन दास नु किता। जो सिंह गुरु के पंथ का पुष्कर आवे वो पुरोहित चेतन दास की औलाद को माने और किसी को ना माने। ये ब्राह्मण बड़ा संतोखी महात्मा है, यथा सखत इनादी सेवा करनी है। दस्खत गोविंद सिंह तीरमुखी, साथ में बाबा सुंदर सिंह, संत भाई शेर सिंह और अवतार सिंह। इसके बाद में हजूर साहब के प्रसिद्ध सेवक संत बाबा निधान सिंह जी पुष्कर आए थे। उन्होंने भी हुक्मनामा देख के और कुछ वचन हमारे बही में लिखे हुए हैं। जो इस बही में लिखे हुए हैं मैं आपको वो बही बताऊंगा। बेटे ਨੂੰ नहीं सी मिलिया हो खाता उस बही ਦੇ ਵਿੱਚ ਤੇ ਹੁਣ ਪੰਡਿਤ ਜੀ ਆਪ ਵਹੀ ਖੋਲ ਕੇ ਉਹ ਸਾਨੂੰ ਦਿਖਾਉਣਗੇ ਜਿਸ ਵਿੱਚ ਬਾਬਾ ਨਿਧਾਨ ਸਿੰਘ ਹੋਣਾ ਦੇ ਹਜੂਰ ਸਾਹਿਬ ਵਾਲੇ ਦੇ ਸਾਈਨ ਹੋਏ ਹੋਏ ਹਨ। ਇਸ ਦੇ ਵਿੱਚ ਲਿਖਿਆ ਹੋਇਆ ਜੀ ਇੱਕ ਓਂਕਾਰ ਸਤਿਗੁਰ ਪ੍ਰਸਾਦ। ਇਹ ਸਾਈਡ ਤੇ ਲਾਲ ਰੰਗ ਨਾਲ ਲਿਖਿਆ ਹੈ ਨਿਧਾਨ ਸਿੰਘ, ਸ਼ਾਇਦ ਇਹ ਬਾਅਦ ਚ ਲਿਖਿਆ ਗਿਆ ਹੈ। हाँ, अज तरीक 16 अगस्त सन 1932 ईस्वी मुताबिक 1 भादो, इस मुताबिक 1 भादो 1979 पूर्णमासी रखड़ी वाले दिन हजूर साहब के प्रसिद्ध सेवक बाबा निधान सिंह जी पुष्कर राज गोबिंद घाट घर आए ते महाराज जी के हुक्मनामे के दर्शन किए। दस्तक थले बाबा निधान सिंह जी दस्तक किए हुए है जी। सत्संग जी आप जिस गुरुद्वारे के दर्शन कर रहे हैं श्री गुरु नानक दरबार इस गुरुद्वारे का नाम है। और इसकी लोकेशन इस तरह है कि छोटी बस्ती पुराना पुष्कर बस स्टैंड और इस दे सामने जोड़ा मंदिर है रानी छोड़ मंदिर है तो गात्री मंदिर ते गात्री मंदिर और स्कूल बिल्कुल नाल हैं। ये लोकेशन है, किसी टाइम भी इत्थे आओ। और इत्थे गुरुद्वारे दे विच लंगर पानी और रैश का खास प्रबंध है जिस दे विच कोई 40-45 कमरे के करीब कमरे हैं जिन्हों के तीसरी मंजिल के उपर इस बार भाई साहब जी दस रहे हैं कि यह सारे कमरे AC वाले होंगे। थले वाले कमरे गीजर वगैरह आदि का प्रबंध है लग्या होया जी। यह गुरुद्वारे की कोई 4 एकड़ के करीब इस गुरुद्वारे का रकबा है। और जे आप इधर राजस्थान के लाइए तो इधरले 20 विघे बन जाते हैं। ये तो इत्थों की जी कार सेवा हैगी है वो बाबा लखा सिंह जी कोटा वाले कर रहे हैं। और इस गुरुद्वारे का जोड़ा प्रबंध आ देखभाल है वो भाई शिंदर सिंह जी जो कि आप सब संगत के दर्शन कर रहे हैं। इन्हों की निगरानी
ਚੱਲਦਾ ਹੈ, ਇਹਨਾਂ ਦੀ ਦੇਖ ਰੇਖ ਹੇਠ ਚੱਲਦਾ ਹੈ। ਸਾਧ ਸੰਗਤ ਜੀ, ਹੈ ਇੱਥੋਂ ਦਾ ਇਤਿਹਾਸ ਦੱਸਦਾ। ਕੋਈ ਕਈ ਵਾਰੀ ਗਲਤੀ ਹੋ ਜਾਂਦੀ ਹੈ, ਕੋਈ ਬੋਲਦਾ, ਕੋਈ ਸ਼ਬਦ ਮੂੰਹੋਂ ਅਪਸ਼ਬਦ ਨਿਕਲ ਜਾਂਦਾ ਹੈ, ਤੇ ਸੰਗਤਾਂ ਦੱਸਦੇ ਗਲਤੀਆਂ ਨੂੰ ਨਾ ਚੁਤਾਰਦੇ ਹੋਏ ਗੁਰੂ ਰੂਪ ਸੰਗਤ ਬਖਸ਼ਣਯੋਗ ਹੈ ਜੀ। ਤੇ ਸਾਧ ਸੰਗਤ ਦੀ ਦੂਸਰੀ ਬੇਨਤੀ ਇਹ ਹੈ ਕਿ ਇਤਿਹਾਸ ਦੀ ਜਿਹੜੀ ਸਾਂਝ ਹੁੰਦੀ ਆ ਉਹ ਤੁਸੀਂ ਹੋਰ ਸੰਗਤਾਂ ਨਾਲ ਵੀ ਪਾਇਆ ਕਰੋ, ਜਾਣੀ ਕਿ ਇਸ ਨੂੰ ਸ਼ੇਅਰ ਕਰਿਆ ਕਰੋ, ਤਾਂ ਕਿ ਜੋ ਦੂਰ ਦਰਾਡੇ ਸੰਗਤਾਂ ਬੈਠੀਆਂ ਨੇ, ਜੋ ਇਤਿਹਾਸ ਤੋਂ ਜਾਣੂ ਨਹੀਂ ਹਨ ਜਾਂ ਇੱਥੋਂ ਤੱਕ ਨਹੀਂ ਪਹੁੰਚ ਕਰ ਸਕਦੀਆਂ, ਉਹ ਇਹਨਾਂ ਗੁਰੂ ਘਰਾਂ ਦੇ ਦਰਸ਼ਨ ਵੀ ਕਰਨ ਅਤੇ ਇਤਿਹਾਸ ਤੋਂ ਵੀ ਜਾਣੂ ਹੋਣ, ਕਿਉਂਕਿ ਇਤਿਹਾਸ ਗੁਰੂ ਦਾ ਹੈ ਔਰ ਗੁਰੂ ਦਾ ਇਤਿਹਾਸ ਸਾਰਿਆਂ ਦਾ ਸਾਂਝਾ ਹੈ, ਸਾਰਿਆਂ ਦਾ ਬਰਾਬਰ ਦਾ ਹੱਕ ਹੈ। ਇੰਨਾ ਕਹਿੰਦੇ ਹੋਏ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। मेरा मुझ में किश नहीं, जो किश है सो तेरा। मेरा मुझ में किश नहीं, जो किश है सो तेरा।